सारे भारत और सारे पंजाब दे किरती लोगों सत श्री अकाल। वाहिगुरू जी का खालसा वाहिगुरू जी की फतेह। किसान भराओ, अज जिहड़ा समा है केंद्र की हुकूमत वालों पास किए हुए 5 कानून, जिन्हां विचों 3 कानून सीधे सीधे खेती नाल संबंधित ने, उन्हां दा विरोध जिहड़ा पंजाब दे विचों शुरू होया, हरियाणा ते राजस्थान दिल्ली दे विचों दी हुंदा होया अज पूरे संसार दे विच फैल गया। तां अज जिहड़ा समा ये मंग करदा है कि आओ आपां इन्हां नूं फरोलीए कि इन्हां सारे जिहड़े साडे उत्ते हमले कीते जा रहे इन्हां दी वजह की है, जमीनां खोण दे पिछे जिहड़ियां साजिशां किहड़ियां ने, वजह की है। सो किसान भराओ, खेती करन वाले किसान कोलों जमीनां खोण दा जिहड़ा वरतारा है ये अज दा नहींगा। खेती करन वाले किसान तो जमीनां खोण दा वरतारा अज तो 1000 साल पहलों दा ये चलिया आ रहा है। जे असी गल करिए मुगल राज दी, तां मुगल राज दे आउण तो बाद जदों मुगलों ने हिंदुस्तान दे उत्ते कब्जा किया तां सारियां तो पहलों उन्हां ने जगीरदारी सिस्टम लैके आंदा कि जिहड़े लोग थोड़ी थोड़ी खेती दे थोड़ी थोड़ी जमीन ते खेती कर रहे सी, उन्हां सारियां कोलों जमीनां ले लियां ते कोई चंद लोकां दे हत्थां 'च देतियां जिन्हां नूं जगीरदार कहा जांदा सी। तां ओह जगीरदार ਉਹ ਜਿਹੜੀਆਂ ਜ਼ਮੀਨਾਂ ਤੇ ਉਹ ਕਾਬਜ ਹੋਏ, ਉਹਨਾਂ ਨੂੰ ਕੋਈ 2-2 4-4 ਕਿੱਲੇ ਕਿਸਾਨਾਂ ਨੂੰ ਵਾਹੁਣ ਵਾਸਤੇ ਦਿੰਦੇ ਸੀ। ਕਿਸਾਨ ਉਹਨਾਂ ਉੱਤੇ ਖੇਤੀ ਕਰਦੇ ਸੀ, ਉਹਨਾਂ 'ਚ ਫਸਲ ਪੈਦਾ ਕਰਦੇ ਸੀ। ਜਦੋਂ ਫਸਲ ਪੈਦਾ ਹੋ ਜਾਂਦੀ ਸੀ ਤਾਂ ਫਿਰ ਉਹਦੇ ਮਾਲਕ ਜਗੀਰਦਾਰ ਹੁੰਦੇ ਸੀ, ਸਿਰਫ ਅੰਨ ਖਾਣ ਜੋਗਾ थोड़ा बहुता किसान नूं देंदे सी, जिहड़ा खत्म होने तो बाद अपना पैदा किया होया अन्न ही किसान जगीरदार तो ड्योड़ी ते लैंदा सी कि अज मैनूं खाण नूं दे दे, जदों मैं पैदा करांगा उदों तैनूं वापस कर दियांगा। तां इस चक्कर 'च ऐसा फसिया किसान कि वो काम तां पैदा तां वो करदा सी किसान, पर मालक उहदे जगीरदार हुंदे सी। वो जगीरदारी सिस्टम मुगलों तो बाद बदलिया किन्ने? अज जिहड़ी असी कह रहे हैं ना कि असी खेती बचाउणी है, तां खेती बचाउण दा मतलब जमीन दे टुकड़े बचाउणा नहीं कि जमीन दे वो टुकड़े बचाए जाण जिन्हां दे विच कणक झोना गोभी सरों मक्की उगदी है। सिर्फ वो टुकड़े बचाउण दा सवाल नहींगा, सवाल इहदे पिछे होर है। वो सवाल किहड़ा जिहड़ा इहदे पिछे जमीनां बचाउण दे आ। ਤਾਂ ਜ਼ਮੀਨਾਂ ਹਾਸਲ ਕਰਨ ਵਾਲੀ ਗੱਲ ਸਾਨੂੰ ਪਹਿਲੋਂ ਕਰਨੀ ਪੈਗੀ। ਜ਼ਮੀਨਾਂ ਬਚਾਉਣ ਦਾ ਜਿਹੜਾ ਕਾਰਨ ਹੈ ਉਹਦੇ ਨਾਲ ਆਪੇ ਜੁੜ ਜਾਏਗਾ। ਤਾਂ ਜਦੋਂ ਮੁਗਲ ਸਾਮਰਾਜ ਜਿਹੜਾ ਹਿੰਦੁਸਤਾਨ ਤੇ ਕਬਜ਼ ਹੁੰਦਾ ਏ, ਕਿਸਾਨਾਂ ਦੀਆਂ ਜ਼ਮੀਨਾਂ ਤੇ ਜਗੀਰਦਾਰ ਕਬਜ਼ੇ ਕਰਦੇ ਨੇ, ਉਹ ਕਿਸਾਨਾਂ ਨੂੰ ਮੁਜ਼ਾਰਿਆਂ ਤਰ੍ਹਾਂ ਉਹਨਾਂ ਤੋਂ ਨੌਕਰਾਂ ਤਰ੍ਹਾਂ ਕੰਮ ਕਰਾਉਂਦੇ ਨੇ। ਤਾਂ ਉਸ ਸਮੇਂ ਤੇ ਜਦੋਂ ਗੁਰੂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਪੈਦਾ ਹੁੰਦੇ ਨੇ, ਉਹ ਜਦੋਂ ਜਵਾਨ ਹੁੰਦੇ ਨੇ ਆਪਦੀ ਸਮਝ ਲੈ ਕੇ ਉਹ ਮੈਦਾਨ ਦੇ ਵਿੱਚ ਆਉਂਦੇ ਨੇ। ਵੇਖੋ ਸਾਡੇ ਤੋਂ ਲੁਕੋਇਆ ਕੀ ਕੁਛ ਗਿਆ ਹੈ। ਲੋਕਾਂ ਤੋਂ ਹਮੇਸ਼ਾ ਉਹ ਚੀਜ਼ ਲੁਕੋ ਲਈ ਜਾਂਦੀ ਏ ਜਿਹੜੀ ਲੋਕਾਂ ਨੂੰ ਰਾਜ ਦੇ ਖਿਲਾਫ ਲੜਨ ਵਿੱਚ ਮਦਦ ਕਰਦੀ ਏ। ਭਗਤ ਸਿੰਘ ਨੂੰ ਸਾਡੇ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਸਾਡੇ ਹਸੈਨੀ ਵਾਲੇ, ਅਸੀਂ ਫਿਰੋਜ਼ਪੁਰ, ਮੇਰਾ ਜ਼ਿਲ੍ਹਾ ਫਿਰੋਜ਼ਪੁਰ ਹੈ, ਹਸੈਨੀ ਵਾਲੇ ਸਾਡੇ ਭਗਤ ਸਿੰਘ ਦੇ ਅੱਗੇ ਜੋਤ ਜਗਾਉਣੀ ਸ਼ੁਰੂ ਕੀਤੀ ਗਈ, ਉਹਨੂੰ ਮੱਥਾ ਟੇਕਣਾ ਸ਼ੁਰੂ ਕੀਤਾ ਗਿਆ, ਉਹਨੂੰ ਟਿੱਕਾ ਲਾਉਣਾ, ਉਹਦੇ ਅੱਗੇ 10-10 20-20 ਰੁਪਏ ਟੇਕਣੇ ਸ਼ੁਰੂ ਕੀਤੇ ਗਏ। ਕੋਸ਼ਿਸ਼ ਕੀਤੀ ਗਈ ਕਿ ਭਗਤ ਸਿੰਘ ਨੂੰ ਬਾਬਾ ਬਣਾ ਕੇ ਰੱਖ ਦਿੱਤਾ ਜਾਵੇ। ਤਾਂ ਮੈਂ ਕਹਿ ਰਿਹਾ ਸੀ ਕਿ 10ਵੇਂ ਪਾਤਸ਼ਾਹ ਜਦੋਂ ਆਪਦੀ ਸਮਝ ਲੈ ਕੇ ਆਉਂਦੇ ਨੇ ਤਾਂ ਉਹ ਕਿਹੜੀ ਸਮਝ ਲੈ ਕੇ ਆਏ ਸੀ, ਕਿਹੜੇ ਧਰਮ ਦੀ ਉਹ ਗੱਲ ਕਰ ਰਹੇ ਸੀ ਜਿਹਨੂੰ ਬਚਾਉਣਾ ਸੀ, ਕਿਹੜੇ ਧਰਮ ਦੀ ਲੜਾਈ 10ਵੇਂ ਪਾਤਸ਼ਾਹ ਲੜ ਰਹੇ ਸੀ, ਸਾਨੂੰ ਇਹ ਸਮਝਣਾ ਚਾਹੀਦਾ ਹੈ। ਤੇ ਮੈਨੂੰ ਲੱਗਦਾ 2 ਸ਼ਬਦਾਂ ਦੇ ਵਿੱਚੋਂ ਅਸੀਂ ਇਹ ਸਮਝ ਜਾਵਾਂਗੇ। 10ਵੇਂ ਪਾਤਸ਼ਾਹ ਦਾ ਇੱਕ ਸ਼ਬਦ ਹੈ, ਜਿਨ ਕੀ ਕੁਲ ਮੇ ਭਈ ਨਾ ਕਬੂ ਸਰਦਾਰੀ, ਤਿੰਨ ਗਰੀਬ ਸਿੱਖਣ ਕੋ ਮੈਂ ਦੇਹੂੰ ਪਾਤਸ਼ਾਹੀ।
ਉਹ ਕਹਿੰਦੇ ਨੇ ਕਿ ਜਿਨ੍ਹਾਂ ਦੀਆਂ ਕੁੱਲਾਂ 'ਚ ਕਦੇ ਕਿਸੇ ਨੇ ਸਰਦਾਰੀ ਨਹੀਂ ਭੋਗੀ, ਮੈਂ ਉਹਨਾਂ ਗਰੀਬ ਸਿੱਖਾਂ ਨੂੰ ਪਾਤਸ਼ਾਹੀ ਦੇਣੀ ਹੈ। ਉਹ ਕਿਹੜੇ ਲੋਕ ਸੀ? ਉਹ ਮਜ਼ਦੂਰ ਤੇ ਕਿਸਾਨ ਸੀ, ਕਿਉਂਕਿ ਉਹ ਤਾਂ ਸਦੀਆਂ ਤੋਂ, ਜਦੋਂ ਤੋਂ ਮੁਗਲ ਆਏ ਸੀ, ਉਹ ਕੰਮ ਕਰਦੇ ਸੀ, ਮੁਗਲ ਖਾਂਦੇ ਸੀ, ਉਹ ਭੁੱਖੇ ਨੰਗੇ ਰਹਿੰਦੇ ਸੀ, ਸਰਦਾਰੀ ਨਹੀਂ ਸੀ ਵੇਖੀ ਕਦੇ ਉਹਨਾਂ, ਪਾਤਸ਼ਾਹੀ ਨਹੀਂ ਸੀ ਭੋਗੀ। ਤਾਂ ਇਹ ਜਿਹੜਾ ਹੁਕਮ ਉਹਨਾਂ ਦਾ ਬਾਬਾ ਬੰਦਾ ਸਿੰਘ ਬਹਾਦਰ ਮੰਨਦੇ ਨੇ। ਜਿਵੇਂ ਸਾਊ ਪੁੱਤ ਹੈ ਨਾ, ਸਾਊ ਪੁੱਤ ਪਿਓ ਦਾ ਹਰ ਇੱਕ ਹੁਕਮ ਮੰਨਦਾ ਨਾ, ਉਹਦੇ ਆਖੇ ਲੱਗਦਾ। ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ 10ਵੇਂ ਪਾਤਸ਼ਾਹ ਦਾ ਹੁਕਮ ਮੰਨਦੇ ਨੇ ਕਿ ਠੀਕ ਹੈ, ਜਿਹੜਾ ਤੁਹਾਡਾ ਕੀਤਾ ਹੋਇਆ ਹੁਕਮ ਹੈ, ਮੈਂ ਇਹਨੂੰ ਲਾਗੂ ਕਰਨਾ, ਮੈਂ ਇਹਦੀ ਪਾਲਣਾ ਕਰਨਾ। ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਤਲਵਾਰ ਲੈ ਕੇ ਮੈਦਾਨ 'ਚ ਆਉਂਦੇ ਨੇ। ਉਸ ਗੱਲ ਨੂੰ ਬਣਾ ਕੇ ਦਿੱਤਾ ਗਿਆ ਕੱਲੇ ਧਰਮ ਦੀ, ਕੱਲੇ ਮਤਲਬ ਸਾਹਿਬਜ਼ਾਦਿਆਂ ਦਾ ਬਦਲਾ ਲੈਣਾ, ਕੱਲੇ ਮੁਗਲਾਂ ਦੇ ਖਿਲਾਫ ਲੜਾਈ ਨਹੀਂ। 10ਵੇਂ ਪਾਤਸ਼ਾਹ ਦਾ ਜਿਹੜਾ ਇਹ ਸ਼ਬਦ ਸੀ, ਉਹਨੂੰ ਸਾਕਾਰ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਜੀ ਮੈਦਾਨ 'ਚ ਆਉਂਦੇ ਨੇ। ਤੇ ਮੈਦਾਨ 'ਚ ਆ ਕੇ ਉਹ ਨਾਰਾ ਕੀ ਲੈ ਕੇ ਆਉਂਦੇ ਨੇ? ਬਾਬਾ ਬੰਦਾ ਸਿੰਘ ਬਹਾਦਰ ਜੀ ਨਾਰਾ ਲੈ ਕੇ ਆਉਂਦੇ ਨੇ, ਜ਼ਮੀਨ ਹਲ ਵਾਹਕ ਦੀ। ਕਹਿੰਦੇ ਨੇ ਜ਼ਮੀਨ ਹਲ ਵਾਹੁਣ ਵਾਲੇ ਦੀ। ਇਹ ਨਾਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਲੈ ਕੇ ਆਏ ਨੇ, ਜਿਹੜਾ ਅੱਜ ਵੀ ਇੱਥੇ ਮਤਲਬ ਵਰਤਿਆ ਜਾ ਰਿਹਾ ਹੈ। ਅੱਜ ਹਿੰਦੁਸਤਾਨ ਦੇ ਜੰਗਲਾਂ 'ਚ ਵਰਤਿਆ ਜਾ ਰਿਹਾ ਹੈ। ਰੂਸ ਨੇ ਵਰਤਿਆ, ਚੀਨ ਨੇ ਵਰਤਿਆ, ਹੋਰ ਕਿੰਨੇ ਮੁਲਕਾਂ ਨੇ ਇਹ ਨਾਰਾ ਵਰਤਿਆ ਕਿ ਜ਼ਮੀਨ ਹਲ ਵਾਹਕ ਦੀ ਹੋਣੀ ਚਾਹੀਦੀ ਹੈ। ਅੱਜ ਹਿੰਦੁਸਤਾਨ ਦੇ ਕਮਿਊਨਿਸਟ ਪਾਰਟੀਆਂ ਦੇ ਕਈ ਜਿਹੜੀਆਂ ਕਮਿਊਨਿਸਟ ਪਾਰਟੀਆਂ ਨੇ, ਉਹਨਾਂ ਦਾ ਏਜੰਡਾ ਹੈ ਕਿ ਜ਼ਮੀਨ ਹਲ ਵਾਹਕ ਦੀ, ਜ਼ਮੀਨ ਹਲ ਵਾਹੁਣ ਵਾਲੇ ਦੀ। ਤਾਂ ਇਹ ਨਾਰਾ ਲੈ ਕੇ ਆਏ ਬਾਬਾ ਬੰਦਾ ਸਿੰਘ ਬਹਾਦਰ ਜੀ 10ਵੇਂ ਪਾਤਸ਼ਾਹ ਦੀ ਇਸ ਸਮਝ ਨੂੰ ਸਾਕਾਰ ਕਰਨ ਲਈ। ਤਾਂ ਇੱਥੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਜ਼ਮੀਨ ਦੇ ਨਾਲ ਹੀ ਸਾਡੀਆਂ ਪਾਤਸ਼ਾਹੀਆਂ ਜੁੜੀਆਂ ਨੇ, ਜ਼ਮੀਨ ਦੇ ਨਾਲ ਹੀ ਸਾਡੀਆਂ ਸਰਦਾਰੀਆਂ ਜੁੜੀਆਂ ਨੇ। ਜਿਹੜੀ ਸਰਦਾਰੀ, ਜਿਹੜੀ ਪਾਤਸ਼ਾਹੀ ਦਾ ਸੰਕਲਪ 10ਵੇਂ ਪਾਤਸ਼ਾਹ ਨੇ ਕੀਤਾ, ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਲੜ ਕੇ ਉਹ ਸੰਕਲਪ ਪੂਰਾ ਕੀਤਾ। ਜਦੋਂ ਉਹਨਾਂ ਨੇ ਕਿਹਾ ਜ਼ਮੀਨ ਹਲ ਵਾਹਕ ਦੀ, ਲੜੇ, ਜ਼ਗੀਰਦਾਰਾਂ ਨੂੰ ਮਾਰਿਆ, ਭਜਾਇਆ, ਖਦੇੜ ਦਿੱਤਾ। ਜਿਹੜੀਆਂ ਜ਼ਮੀਨਾਂ ਕਿਸਾਨ ਵਾਹੁੰਦੇ ਸੀ, ਉਹਨਾਂ ਦੇ ਮਾਲਕ ਉਹਨਾਂ ਨੂੰ ਬਣਾਤਾ। ਰਜਿਸਟਰੀਆਂ, ਗਰਦੌਰੀਆਂ, ਜਮਾਬੰਦੀਆਂ, ਇਹ ਇੰਤਕਾਲ, ਇਹ ਸਭ ਕਾਸੇ ਦੀ ਸ਼ੁਰੂਆਤ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕੀਤੀ। ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ, ਉਹਨਾਂ ਨੂੰ ਜ਼ਮੀਨਾਂ ਦਿੱਤੀਆਂ ਵਾਹੁਣ ਲਈ, ਜ਼ਗੀਰਦਾਰਾਂ ਨੂੰ ਭਾਜ ਦਿੱਤੀ। ਤਾਂ 10ਵੇਂ ਪਾਤਸ਼ਾਹ ਦਾ ਜਿਹੜਾ ਨਾਰਾ ਸਾਕਾਰ ਕਰਤਾ। ਅੱਜ ਇਸ ਸਮੇਂ ਦੀ ਲੋੜ ਹੈ ਜਿਹੜੀ, ਕੱਲੀ ਜ਼ਮੀਨ ਦਾ ਟੁਕੜਾ ਬਚਾਉਣ ਦੀ ਨਹੀਂ ਜਿਹਦੇ 'ਚ ਫਸਲ ਉਗਦੀ ਏ। ਅੱਜ ਸਾਡੇ ਸਾਹਮਣੇ ਸਵਾਲ ਉਸ ਸਰਦਾਰੀ ਨੂੰ ਬਚਾਉਣ ਦਾ ਏ ਕਿ ਜਿਹੜੀ ਸਰਦਾਰੀ ਸਾਨੂੰ 10ਵੇਂ ਪਾਤਸ਼ਾਹ ਦੇ ਹੁਕਮਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਲੈ ਕੇ ਦਿੱਤੀ, ਤੇ ਫਿਰ ਉਹਦਾ ਮੁੱਲ ਤਾਰਿਆ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਹ ਸਰਦਾਰੀ ਜਿਹੜੀ ਸਾਨੂੰ ਦਿੱਤੀ ਹੈ ਨਾ, ਉਹਦਾ ਮੁੱਲ ਤਾਰਿਆ ਹੈ। ਉਹਦਾ ਮੁੱਲ ਕੀ ਤਾਰਿਆ ਹੈ? ਇੱਕ ਗੱਲ ਇਮੇਜਿਨ ਕਰੋ ਤਾਂ ਤੁਸੀਂ ਜ਼ਮੀਨਾਂ ਨਾਲ ਤੁਹਾਡਾ ਮੋਹ ਤੇ ਪਿਆਰ 10 ਗੁਣਾ, 1000 ਗੁਣਾ, 100 ਗੁਣਾ ਹੋ ਜਾਏਗਾ। ਇਹਨਾਂ ਦੀ ਰਾਖੀ ਕਰਨ ਦਾ ਜਜ਼ਬਾ ਤੁਹਾਡਾ ਹੋ ਜਾਏਗਾ। ਬਸ ਇਮੇਜਿਨ ਕਰੋ ਅੱਖਾਂ ਮੀਟ ਕੇ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪਿੰਜਰੇ 'ਚ ਤਾੜ ਕੇ ਲੈ ਕੇ ਆਇਆ ਜਾਂਦਾ, ਉਹਨਾਂ ਨੂੰ ਲੋਕਾਂ ਦੇ ਸਾਹਮਣੇ ਬਿਠਾਇਆ ਜਾਂਦਾ, 11 ਸਾਲ ਦਾ ਪੁੱਤਰ ਉਹਨਾਂ ਦੇ ਸਾਹਮਣੇ ਬੰਨ੍ਹ ਕੇ ਬਾਇਆ ਜਾਂਦਾ। ਉਸ ਬੱਚੇ ਦਾ ਸੀਨਾ ਚੀਰਿਆ ਜਾਂਦਾ ਹੈ, ਕਰਦ ਦੇ ਨਾਲ ਜਾਂ ਛੁਰੇ ਨਾਲ ਸੀਨਾ ਚੀਰਿਆ ਜਾਂਦਾ ਹੈ। ਇੱਕ ਕਸਾਈ ਆਉਂਦਾ ਸੰਨੀ ਦੇ ਨਾਲ ਉਹਦਾ ਦਿਲ ਖਿੱਚਦਾ ਬਾਹਰ, ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮੂੰਹ 'ਚ ਪਾਉਂਦਾ, ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜਰ ਜਾਂਦੇ ਨੇ। ਕਿਉਂ? ਕਿਉਂਕਿ ਉਹ ਇਹ ਗੱਲ ਸਮਝਦੇ ਨੇ ਕਿ ਮੈਂ 10ਵੇਂ ਪਾਤਸ਼ਾਹ ਦੇ ਕੀਤੇ ਹੋਏ ਬਚਨ ਜਦੋਂ ਪਗਾਏ ਨੇ ਤਾਂ ਇਹ ਸਜ਼ਾ ਮੈਨੂੰ ਮਿਲਣੀ ਸੀ, ਉਹ ਸਜ਼ਾ ਉਹ ਕਬੂਲ ਕਰਦੇ ਨੇ। ਤਾਂ ਅੱਜ ਜਿਹੜਾ ਸਮਾਂ ਹੈ ਮੇਰੇ ਕਿਸਾਨ ਭਰਾਓ, ਅੱਜ ਜਿਹੜਾ ਸਮਾਂ ਹੈ, ਅੱਜ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਕੀਤੀ ਹੋਈ ਕੁਰਬਾਨੀ ਨੂੰ ਬਚਾਉਣਾ ਹੈ, 10ਵੇਂ ਪਾਤਸ਼ਾਹ ਦੇ ਕੀਤੇ ਹੋਏ ਬਚਨਾਂ ਨੂੰ ਬਚਾਉਣਾ ਹੈ। ਕੱਲੇ ਜ਼ਮੀਨ ਦੇ ਟੁਕੜੇ ਦਾ ਸਵਾਲ ਨਹੀਂ। ਅੱਜ ਉਹ ਜ਼ਮੀਨ ਦੇ ਨਾਲ ਸਾਡਾ ਜਿਹੜਾ ਜੀਵਨ ਜੁੜਿਆ ਹੋਇਆ ਹੈ। ਬੇਸ਼ੱਕ ਅਸੀਂ ਰੋਟੀ ਫਿਰ ਵੀ ਖਾਂਦੇ ਰਵਾਂਗੇ, ਸਾਹ ਲੈਂਦੇ ਰਵਾਂਗੇ, ਚਾਹ ਪੀਂਦੇ ਰਵਾਂਗੇ, ਹੱਗਦੇ ਮੂਦਦੇ ਰਵਾਂਗੇ, ਪਰ ਜ਼ਮੀਨ ਤੋਂ ਬਿਨਾਂ ਅਸੀਂ ਜਿਉਂਦੇ ਨਹੀਂ ਰਹਿ ਸਕਦੇ। ਅੱਜ ਅਸੀਂ ਜਦੋਂ ਅਸੀਂ ਇਸ ਲੜਾਈ ਨੂੰ ਬਣਾਵਾਂਗੇ ਤਾਂ ਇਹ ਕਿਸੇ ਇੱਕ ਧਰਮ ਦੀ ਲੜਾਈ ਨਹੀਂ। ਅੱਜ ਜਦੋਂ 10ਵੇਂ ਪਾਤਸ਼ਾਹ ਦੇ ਬਚਨਾਂ ਦੀ ਗੱਲ ਕਰਾਂਗੇ ਤਾਂ ਇਕੱਲੇ ਸਿੱਖ ਧਰਮ ਦੀ ਗੱਲ ਨਹੀਂ ਹੋਵੇਗੀ, ਕਿਰਤੀਆਂ ਦੀ ਗੱਲ ਹੋਵੇਗੀ। ਗੁਰੂ ਨਾਨਕ ਸਾਹਿਬ ਨੇ ਜਦੋਂ ਗੱਲ ਕੀਤੀ, ਕਿਹਦੀ? ਕਿਰਤੀਆਂ ਦੀ ਗੱਲ ਕੀਤੀ। ਜਦੋਂ ਉਹਨਾਂ ਨੇ ਕਿਹਾ ਨਾ, ਸਭੇ ਸਾਂਝੀ ਵਾਲ ਸਦਾਇਣ,
कोई ना दिसे बाहरा जियो। मतलब की है कि सारे एक माला च परोए होण। ये नहीं कि जगीरदार 5000 एकड़ का मालक होवे ते जिहड़ा बेचारा मजारा है वो 2 किल्लियां दा मालक होवे। तां अज जे ये जिहड़ियां कानून लागू हुंदे ने, अदानी अंबानी साडियां जमीनां ते काबज हुंदे ने, तां फिर गुरु नानक पातशाह दा बचन भी झूठा होवेगा, 10वें पातशाह दा बचन भी झूठा होवेगा, बाबा बंदा सिंह बहादुर जी दी कीती कुर्बानी भी जिहड़ी अजाई जावेगी। पर सानू विश्वास है पंजाब ते पंजाबियां ते पंजाब दे नौजवानां ते हरियाणे ते हिंदुस्तान ते किरतियां ते किसानां ते कि ये कदे नहीं होएगी। सो आओ सुनिया दईए इन्हों अदानियां अंबानियां नूं कि मत भुलो कि एक जमीन के टुकड़े की लड़ाई है, ये साडी होंद की लड़ाई है, साडे वकार की लड़ाई है, साडे वडेरियां दे कीते हुए बचनां की लड़ाई है। उन्हां वडेरियां दे जिन्हां वडेरियां ने कंघे नाल केस वाहे ने ना, ते वो केस कंघे च फस गए ते 500-400 साल हो गया असी वो कंघा सांभ के बैठे हुए हाँ। साडे वडेरियां ने जिहड़ी जुत्ती वरती असी वो जुत्ती सांभ के बैठे हुए हाँ। साडे वडेरियां ने जिहड़े जंड नाल घोड़ा बद्धा असी अज वो जंड सांभ के बैठे हुए हाँ। इन्ना प्यार है सानू आपदे वडेरियां नाल, उन्हां दे बचनां नाल। भुल जाओ कि पंजाब दी हिंदुस्तान दी ये साडे किसानां दी जमीन ते तुहाडा कब्जा हो जाएगा। भुल जाओ। सो वापस मुड़ जाओ, किते ये ना होवे कि जमीनां दे ते कब्जे करन दी जिहड़ी लड़ाई है तुहाडे लई भी आखिरी साबित होवे, तुहाडा भी जिहड़ा ये आखिरी हल्ला होवे। भुल जाओ, मुड़ जाओ। पंजाबियां नूं सुनिया है, आओ इस लड़ाई दे विच कुद्दीए जिहड़े कोई रह गए ने, तां कि असीं आपदे वड्डियां वडेरियां दे बचनां जिहड़े ने उन्हां दी राखी कर सकीए। तुहाडा सारिआं दा धन्नवाद।